ਵਾਹਿਗੁਰੂ ਸਾਹਿਬ ਜੀ। ਚਰਨ ਤਾਂ ਪਰ ਸਕਿਆਥ, ਚਰਨ ਗੁਰ ਅਮਰ ਭਵਲਰੈ। ਹੱਥ ਤਾਂ ਪਰ ਸਕਿਆਥ, ਹੱਥ ਲੱਗੈ ਗੁਰ ਅਮਰ ਪੈ। ਜੀ ਤਾਂ ਪਰ ਸਕਿਆਥ, ਜੀ ਗੁਰ ਅਮਰ ਭਣੀਜੈ। ਨੈਣ ਤਾਂ ਪਰ ਸਕਿਆਥ, ਨੈਣ ਗੁਰ ਅਮਰ ਪਖੀਜੈ। ਸ਼ਰਵਣ ਤਾਂ ਪਰ ਸਕਿਆਥ, ਸ਼ਰਵਣ ਗੁਰ ਅਮਰ ਸੁਣੀਜੈ। ਸਕਿਆਥ ਸੋਹੀਓ ਜਿਤ ਹੀ ਬਸੈ, ਗੁਰ ਅਮਰਦਾਸ ਨਿਜ ਜਗਤ ਪਿਤ। ਸਕਿਆਥ ਸੋ ਸਿਰ ਜਾਲਪ ਭਣੈ, ਜੋ ਸਿਰ ਨਿਵੈ ਗੁਰ ਅਮਰ ਨਿਤ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਕਾਨੜਾ ਮਹਿਲਾ ਪੰਜਵਾਂ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਰਹਾਉ ਨਾ ਕੋ ਬੈਰੀ, ਨਹੀਂ ਬੇਗਾਨਾ। ਸਗਲ ਸੰਗ ਹਮ ਕਉ ਬਨ ਆਈ। ਜੋ ਪ੍ਰਭ ਕੀਨੂ ਸੋ ਭਲ ਮਾਨਿਓ। ਇਹ ਸੁਮਤ ਸਾਧੂ ਤੇ ਪਾਈ। ਸਭ ਮਹਿ ਰਵ ਰਹਿਆ ਪ੍ਰਭ ਏਕੈ। ਪੇਖ ਪੇਖ ਨਾਨਕ ਬਿਗਸਾਈ। ਸਭ ਮਹਿ ਰਵ ਰਹਿਆ ਪ੍ਰਭ ਏਕੈ। ਪੇਖ ਪੇਖ ਨਾਨਕ ਬਿਗਸਾਈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਕਾਨੜਾ ਰਾਗ ਅੰਦਰ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 1299 ਉੱਪਰ ਸੁਭਾਇਮਾਨ ਹੈ। ਇਸ ਪਾਵਨ ਸ਼ਬਦ ਦੀ ਵਿਚਾਰ ਆਪ ਜੀ ਨੂੰ ਸਰਵਣ ਕਰਵਾਉਣਗੇ ਸਿੱਖ ਪੰਥ ਦੇ ਮਹਾਨ ਵਿਦਵਾਨ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਹੈਡ ਗ੍ਰੰਥੀ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ। ਅੱਜ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਪ੍ਰਕਾਸ਼ ਗੁਰਪੁਰਬ ਹੈ। ਆਪ ਸਰਬੱਤ ਸੰਗਤਾਂ ਨੂੰ ਬੇਅੰਤ ਵਧਾਈਆਂ ਹਨ। ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਬੰਗਲਾ ਸਾਹਿਬ ਦੀ ਸਾਈਟ ਤੋਂ ਹੀ ਆਪ ਜੀ ਨੂੰ ਫੋਨ ਨੰਬਰ, ਅਕਾਊਂਟ ਨੰਬਰ, ਸਾਰੀ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ, ਕਿਉਂਕਿ ਸਭ ਨੂੰ ਫੋਨ ਤੇ ਡਿਟੇਲ ਨਹੀਂ ਦਿੱਤੀ ਜਾ ਸਕਦੀ। ਇਸ ਲਈ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਹੈ, ਵਿਦੇਸ਼ ਤੋਂ ਬਹੁਤ ਸਾਰੇ ਫੋਨ ਆਉਂਦੇ ਹਨ, ਇਸ ਲਈ ਬੇਨਤੀ ਹੈ ਕਿ ਆਪ ਜੀ ਬੰਗਲਾ ਸਾਹਿਬ ਦੀ ਸਾਈਟ ਤੋਂ ਹੀ ਆਪ ਜੀ ਨੂੰ ਅਕਾਊਂਟ ਨੰਬਰ, ਫੋਨ ਨੰਬਰ ਪ੍ਰਾਪਤ ਹੋ ਸਕਦਾ ਹੈ। ਇਸ ਲਈ ਜੋ ਵੀ ਸੰਗਤਾਂ ਵਿਦੇਸ਼ ਤੋਂ ਸੇਵਾਵਾਂ ਭੇਜਣਾ ਚਾਹੁੰਦੀਆਂ ਹਨ ਉਹ ਉੱਥੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ, ਕਿਉਂਕਿ ਫੋਨ ਤੇ ਸਾਰਿਆਂ ਨੂੰ ਇਹ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ। ਸਿੰਘ ਸਾਹਿਬ ਦੇ ਵੀ ਰੁਝੇਵੇਂ ਹੁੰਦੇ ਹਨ, ਇਸ ਲਈ ਆਪ ਜੀ ਬੰਗਲਾ ਸਾਹਿਬ ਦੀ ਸਾਈਟ ਤੋਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਜੋ ਵੀ ਸੰਗਤਾਂ ਸੇਵਾਵਾਂ ਭੇਜ ਰਹੀਆਂ ਹਨ, ਸਾਂਝੇ ਤੌਰ ਤੇ ਸਭ ਦੀ ਅਰਦਾਸ ਹੈ। ਆਓ ਅਗਲੇ ਸਮੇਂ ਲਈ ਸਿੰਘ ਸਾਹਿਬ ਜੀ ਪਾਸੋਂ ਸ਼ਬਦ ਵਿਚਾਰ ਤੇ ਗੁਰ ਇਤਿਹਾਸ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬੇਸ਼ੁਮਾਰ ਅਥਾ ਅਗਨਤ ਅਤੁਲ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲ। ਗੁਰੂ ਸਵਾਰੇ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ ਜੋ ਅੱਜ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪਤ, ਨਿਤਰਿਆਂ ਦੀ ਤਿਰ, ਤੀਸਰੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਪਾਵਨ ਪ੍ਰਕਾਸ਼ ਗੁਰਪੁਰਬ ਮਨਾਉਂਦੇ ਹਾਂ।
8वें पातशाह गुरु हरकृष्ण साहब महाराज जी दे पवित्र चरण छोह प्राप्त इतिहासक स्थान गुरुद्वारा बंगला साहब जी की यात्रा करदियां जां जो अज समय की बहुत वड्डी लोड़ है कि असीं अपने घरां विच बैठीए, सो घरां विच बैठ के मन करके सुरती करके हाजरियां लवाउंदे अपने लोक परलोक दे सुख दाते सतगुरु छतर चवर तखत दे मालक सतगुरु धन धन श्री गुरु ग्रंथ साहिब पातशाह महाराज जी दे दर्शन परस रहे हो। सतगुरु सारियां दियां हाजरियां प्रवान करन, सारियां नूं सतगुरु अपने दर्शनां दा पुन फल बख्शण, सारी संगत नूं सच्चे पातशाह दे पवित्र पावन प्रकाश गुरपुरब दियां लख 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 वधाइयां। समा है गुरु की बाणी दी चल रही लड़ीवार कथा दा। जो शब्द भाई संदीप सिंह होरा ने जो बंगला साहब दे ग्रंथी साहब हैं आप जी नूं सरवण करवाया है, ये कानड़ा राग अंदर पंजवें पातशाह गुरु अर्जन देव पिता महाराज जी दे पवित्र मुख तो उच्चारण होया। श्री गुरु ग्रंथ साहिब पातशाह महाराज जी दे 1299 अंग ते दर्ज है। गुरु बाणी इन्हां दोनों दे विच कोई भेद नहीं है, ये ओत पोत ने। जिवें जल तरंग दे विच कोई फर्क नहीं हुंदा, पानी ते पानी दियां लहरां विच की फर्क है। कनक कटक जल तरंग जैसा, सोने विच ते सोने दे बने कड़े विच की फर्क है। फिर उत्थे जाके तां ये सारा कुछ जिहड़ा सी सतगुरां ने अपना हुक्म दे के सानू कि गुरु मान्यो ग्रंथ, वो जिहड़ी पानी अते पानी तो जिहड़ी उठी लहर सी, उहदा भी जिहड़ा सानू एक बड़ा सूक्ष्म जिहा एक भेद एक भिन्नता नज़र आउंदी सी, वो भी खत्म हो गई। गुरु अमरदास पातशाह महाराज जिन्हां दा आगमन बासर के गिल इस नगर विच होया। इतिहास कहता है कि यह नगर भी इन्हां दे नानकियां दा नगर सी। गुरु अमरदास जो उन्होंने परिवारक या पिता पुरखी संस्कार मिले, आप जी धर्मी सन। मैं आप जी नूं बेनती करा, अज बड़े सारे लोग ने जिहड़े धर्मी नहीं हैगे पर धर्म की एक्टिंग बहुत अच्छी करते हैं, विखावा बहुत वधिया करते हैं। और ये गल जलंधर दे रहन वाले शास्त्री जी कहते सी, उन्होंने बड़ी सुंदर परिभाषित की है। उस स्टेज ते कहते सी भी रब किन्ने वेख्या, भगवान किसी ने नहीं वेख्या। इस करके जिहड़ा पहला भगवान है वो तो भेख ही है।
ਪਹਿਰਾਵਾ ਹੀ ਹੈ ਭਾਈ। ਸ਼ਾਇਦ ਇਸੇ ਕਰਕੇ ਗੁਰੂ ਨਾਨਕ ਦੇ ਪਿਤਾ ਮਹਾਰਾਜ ਜਿਹੜੇ ਸਿੱਖ ਧਰਮ ਦੇ ਬਾਨੀ ਨੇ ਔਰ ਜਿਨ੍ਹਾਂ ਨੂੰ ਪਹਿਲਾਂ ਬਾਣੀ ਨੇ ਆਪ ਪ੍ਰਵਾਨ ਕੀਤਾ ਕਿ ਸਭ ਤੇ ਵੱਡਾ ਸਤਿਗੁਰ ਨਾਨਕ, ਫਿਰ ਦੁਨੀਆ ਨੇ ਮੰਨਿਆ। ਔਰ ਇਹ ਵੀ ਇੱਕ ਸੱਚ ਹੈ ਕਿ ਸੱਚੇ ਪਾਤਸ਼ਾਹ ਨੂੰ ਕਦੇ ਵੀ ਕਿਸੇ ਵੀ ਥਾਂ ਤੇ ਕੋਈ ਹਥਿਆਰ ਚੁੱਕਣ ਦੀ ਲੋੜ ਨਹੀਂ ਪਈ। ਇਤਿਹਾਸ ਇਹ ਕਹਿੰਦਾ ਹੈ ਕਿ ਜਿੱਥੇ ਜਿੱਥੇ ਸਤਿਗੁਰੂ ਗਏ ਨੇ, ਦਰਿਆਵਾਂ ਨੇ ਵੀ ਉਹਨਾਂ ਨੂੰ ਰਸਤਾ ਦਿੱਤਾ ਹੈ, ਪਹਾੜਾਂ ਨੇ ਵੀ ਉਹਨਾਂ ਨੂੰ ਰਸਤਾ ਦਿੱਤਾ ਹੈ। ਮਨੁੱਖਾਂ ਤੋਂ ਲੈ ਕੇ ਪਸ਼ੂ ਪੰਛੀਆਂ ਜਾਨਵਰਾਂ ਤੱਕ ਸਭ ਨੇ ਨਮਸਕਾਰ ਕੀਤੀ ਹੈ। ਸੱਚੇ ਪਾਤਸ਼ਾਹ ਨੇ ਇਹ ਗੱਲ ਸਾਨੂੰ ਦ੍ਰਿੜ ਕਰਾ ਦਿੱਤੀ ਕਿ ਭਾਈ ਤੁਸੀਂ ਬਾਣੀ ਦੇ ਲੜ ਲੱਗਣਾ ਹੈ, ਕਿਸੇ ਭਰਮ ਭੁਲੇਖੇ ਵਿੱਚ ਨਹੀਂ ਪੈਣਾ। ਔਰ ਅੱਜ ਤੱਕ 550 ਸਾਲ ਆਪਾਂ ਮਨਾ ਲਏ ਹੈ, ਇੱਕ ਸਾਲ ਹੋਰ ਜੋੜ ਲਓ, 551 ਗਿਣ ਲਓ। ਸਿੱਖੀ ਨੂੰ ਕਿਸੇ ਭੇਖ ਵਿੱਚ ਬੰਦ ਨਹੀਂ ਕੀਤਾ। ਜਿਹੜਾ ਅਸੀਂ ਨਿਹੰਗ ਸਿੰਘ ਬਾਣੇ ਦਾ ਸਤਿਕਾਰ ਕਰਦੇ ਹਾਂ, ਨਿਹੰਗ ਸਿੰਘ ਪਹਿਰਾਵੇ ਦਾ ਜਿਹੜਾ ਅਸੀਂ ਸਨਮਾਨ ਕਰਦੇ ਹਾਂ, ਇਹ ਗੁਰੂ ਦਾ ਪਹਿਰਾਵਾ ਨਹੀਂ ਹੈ। ਮਤ ਸੋਚੀਏ ਵੀ ਗੁਰੂ ਜੀ ਦਾ ਇਹ ਬਾਣਾ ਹੈ। ਇਹ ਬਾਣਾ ਖਾਲਸੇ ਦਾ ਬਾਣਾ ਹੈ, ਜਿਹੜਾ ਖਾਲਸੇ ਨੇ ਜੰਗਲਾਂ ਬੇਲਿਆਂ ਦੇ ਵਿੱਚ ਰਹਿ ਕੇ ਵੀ ਸੰਭਾਲ ਕੇ ਰੱਖਿਆ। ਕੇਵਲ ਬਾਣਾ ਨਹੀਂ, ਬਾਣੀ ਵੀ ਸੰਭਾਲ ਕੇ ਰੱਖੀ। ਕੇਵਲ ਬਾਣੀ ਤੇ ਬਾਣਾ ਨਹੀਂ, ਇਸ ਬਿਰਧ ਬਾਣੇ ਦੀ ਉਹਨਾਂ ਨੇ ਲਾਜ ਵੀ ਰੱਖੀ। 30,000 60,000 ਵਿੱਚੋਂ ਸਿੱਖ ਇੱਕ ਦਿਨ ਸ਼ਹੀਦ ਹੋ ਜਾਏ, ਤੁਸੀਂ ਕੀ ਸੋਚਦੇ ਹੋ ਕਿ ਉਸ ਵੇਲੇ ਸਿੱਖਾਂ ਦੀ ਮਨੋਦਸ਼ਾ ਕੀ ਹੋਏਗੀ? ਪਦਮ ਸ਼੍ਰੀ ਗੁਰੂ ਘਰ ਦੇ ਮਹਾਨ ਕੀਰਤਨੀਏ ਭਾਈ ਨਿਰਮਲ ਸਿੰਘ ਖਾਲਸਾ ਜੀ ਚੜ੍ਹਾਈ ਕੀਤੇ। ਉਹ ਜਿਹੜੇ ਕਹਿੰਦੇ ਸੀ ਨਾ ਕਰੋਨਾ ਗੋ, ਕਰੋਨਾ ਗੋ, ਉਹ ਕਹਿਣ ਲੱਗੇ ਕਰੋਨਾ ਹਾਏ, ਕਰੋਨਾ ਹਾਏ। ਇੱਕ ਵਿਅਕਤੀ ਗਿਆ ਹੈ ਨਾ, ਚੰਗੇ ਚੰਗੇ ਬੰਦਿਆਂ ਦੇ ਚੁਟਕਲੇ ਬੰਦ ਹੋ ਗਏ, ਭੰਗੜੇ ਬੰਦ ਹੋ ਗਏ, ਨਾਚ ਗਾਣੇ ਬੰਦ ਹੋ ਗਏ। ਸਮਝ ਆ ਗਈ ਕਿ ਸੜਨ ਵਾਸਤੇ ਨਾ ਧਰਤੀ ਵੀ ਨਹੀਂ ਲੱਭਣੀ। ਚੁਟਕਲੇਬਾਜ਼ੀ ਕਿੰਨੀ ਕਰ ਲੋਗੇ ਤੁਸੀਂ? ਪਰ ਮਹਾਨ ਸਨ ਉਹ ਗੁਰਸਿੱਖ ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ 30,000 ਬੱਚੇ, ਬਜ਼ੁਰਗ ਮਾਵਾਂ ਭੈਣਾਂ ਕੱਟੀਆਂ ਪਈਆਂ ਸੀ, ਸ਼ਹੀਦ ਹੋਏ। ਇੰਜੈਕਸ਼ਨ ਨਹੀਂ ਸੀ ਲੱਗੇ, ਤਲਵਾਰਾਂ ਲੱਗੀਆਂ ਸੀ, ਗੋਲੀਆਂ ਲੱਗੀਆਂ ਸੀ, ਟਕੂਏ ਲੱਗੇ ਹੋਣਗੇ, ਭਾਲੇ ਲੱਗੇ ਹੋਣਗੇ, ਬਰਸ਼ੇ ਲੱਗੇ ਹੋਣਗੇ, ਨੇਜੇ ਲੱਗੇ ਹੋਣਗੇ। ਉਹ ਕੋਈ ਇੰਜੈਕਸ਼ਨ ਦੇ ਕੇ ਨਹੀਂ ਸੀ ਅਬਦਾਲੀ ਦੇ ਬੰਦੇ ਮਾਰਦੇ। ਉਹ ਮੌਤ ਕਿੰਨੀ ਦਰਦਨਾਕ ਹੋਏਗੀ, ਪਰ ਉਸ ਵਕਤ ਵੀ ਉਹਨਾਂ ਨੇ ਆਪਣੇ ਬਿਰਧ ਬਾਣੇ ਦੀ ਜਿਹੜੀ ਲੱਜਾ ਸੀ, ਇਹ ਠੀਕ ਉਹਨਾਂ ਦਾਵਾ ਨਹੀਂ ਕੀਤਾ। ਵਾਸਤਾ ਗੁਰੂ ਨੂੰ ਪਾਇਆ ਕਿ ਗੁਰੂ ਆਪਣੇ ਬਿਰਧ ਬਾਣੇ ਦੀ ਲਾਜ ਰੱਖੀ।
ਅਸੀਂ ਮਰਨ ਲਈ ਵੀ ਤਿਆਰ ਹਾਂ, ਅਸੀਂ ਕੱਟ ਜਾਣ ਲਈ ਵੀ ਤਿਆਰ ਹਾਂ। ਮੈਂ ਬੇਨਤੀ ਕਰਾਂ, ਸਿੱਖੀ ਦੀ ਜਿਹੜੀ ਪਹਿਚਾਨ ਹੈ ਉਹ ਸਿਰਫ 5 ਕਕਾਰ ਨੇ। ਸਿੱਖ ਹੋਣ ਵਾਸਤੇ ਤੁਹਾਡੇ ਕੋਲੇ ਕੇਸ ਹੋਣੇ ਜ਼ਰੂਰੀ ਨੇ, ਤੇ ਕੇਸਾਂ ਨੂੰ ਜੜਾਵਾਂ ਨਹੀਂ ਬਣਾਉਣਾ, ਉਹਦੇ ਲਈ ਤੁਹਾਡੇ ਕੋਲ ਕੰਘਾ ਹੋਣਾ ਜ਼ਰੂਰੀ ਹੈ। ਫਿਰ ਵਹਿਮਾਂ ਭਰਮਾਂ ਤੋਂ ਮੁਕਤ ਹੋਣ ਦਾ ਪਰਮਾਨੈਂਟ ਜਿਹੜਾ ਸਤਿਗੁਰੂ ਨੇ ਸਾਨੂੰ ਕੜਾ ਬਖਸ਼ਿਆ ਉਹ ਜ਼ਰੂਰ ਹੋਣਾ ਚਾਹੀਦਾ ਹੈ। ਜੇ ਸਿੱਖ ਨੇ ਕੜਾ ਪਾਇਆ ਹੋਵੇ ਨਾ, ਉਹਨੂੰ ਕਿਸੇ ਮੌਲੀ ਧਾਗੇ ਦੀ ਲੋੜ ਨਹੀਂ ਹੈ। ਮੈਂ ਤਾਂ ਕਦੇ ਗਿਆ ਨਹੀਂ, ਪਰ ਜਿਹੜੇ ਪਾਕਿਸਤਾਨ ਜਾਂਦੇ ਨੇ ਤੁਸੀਂ ਪੁੱਛ ਕੇ ਵੇਖ ਲਓ। ਗੁਰੂ ਘਰ ਤੇ ਸ਼ਰਧਾ ਰੱਖਣ ਵਾਲੇ ਮੁਸਲਮਾਨ ਵੀ ਤੁਹਾਨੂੰ ਪੁੱਛਣਗੇ ਵੀ ਕੜੇ ਲੈ ਕੇ ਆਏ ਹੋ ਤੁਸੀਂ। ਪਰ ਸਾਡੇ ਕੋਲੇ ਕੁੜਮਾਚਾਰੀ ਦੇ ਕੜੇ ਤੇ ਹੋਣਗੇ। ਸੋਨੇ ਦਾ ਕੜਾ ਤੇ ਪਵਾ ਲਓ ਸਿੱਖਾਂ ਨੂੰ, ਪਰ ਗੁਰੂ ਵਾਲਾ ਕੜਾ ਉਹਦਾ ਵੈਣ ਬੜੇ ਪਾਉਨੇ ਅਸੀਂ। ਪਊਏ ਪੀ ਕੇ, ਕੁੜਮਾਂ ਦੇ ਕੜੇ ਪਾ ਕੇ, ਸ਼੍ਰੀਲੰਕਾ ਦੇ ਨਕਸ਼ੇ ਵਰਗੇ ਆਪਣੇ ਦਾੜੇ ਬਣਾ ਕੇ, ਮੂੰਹ ਬਣਾ ਕੇ WhatsApp ਤੇ ਬੜੇ ਵੈਣ ਪਾਉਨੇ ਆ। ਬਹੁਤ ਸਿੱਖੀ ਹੈ ਵੀ, ਕਮਾਲ ਹੈ ਜੀ, ਸ਼ਰਧਾ ਹੀ ਬੜੀ ਹੈ। ਮੋਟਰਾਂ ਤੇ ਬਹਿ ਬਹਿ ਕੇ WhatsApp ਪਾਈ ਜਾਂਦੇ ਨੇ। ਸਿੱਖੀ ਇੱਥੋਂ ਨਹੀਂ ਸ਼ੁਰੂ ਹੁੰਦੀ ਭਾਈ। ਇਹ ਚੇਤਾ ਰੱਖਣਾ ਕਿ ਜੇ ਗੁਰੂ ਪਿਤਾ ਹੈ ਤਾਂ ਸੰਗਤ ਮਾਂ ਹੈ, ਸਿੱਖ ਪੁੱਤਰ ਹੈ। ਬਿਨਾਂ ਸੰਗਤ ਤੋਂ ਸਿੱਖ ਦੀ ਘਾੜਤ ਘੜੀ ਹੀ ਨਹੀਂ ਜਾ ਸਕਦੀ। ਕੋਈ ਮਾਂ ਬੱਚਾ ਜੰਮ ਸਕਦੀ ਹੈ, ਪਰ ਜੇ ਉਹ ਮਾਂ ਕਵੇ ਕਿ ਮੈਂ ਜੰਮ ਕੇ ਬੱਚੇ ਨੂੰ ਸਿੱਖ ਬਣਾ ਦਿਆਂਗੀ, ਨਹੀਂ, ਫਿਰ ਉਹਨੂੰ ਗੁਰੂ ਦੀ ਸੰਗਤ ਦੀ ਲੋੜ ਹੈ। ਭਾਵੇਂ ਉਹ ਸੰਗਤ ਮਾਂ ਪਿਓ ਦੇਣ, ਤੇ ਭਾਵੇਂ ਉਹ ਸੰਗਤ ਫਿਰ ਆ ਕੇ ਉਹਨੂੰ ਗੁਰੂ ਦੇ ਪਿਆਰਿਆਂ ਤੋਂ ਮਿਲੇ। ਇਹ ਜ਼ਰੂਰ ਚੇਤਾ ਰੱਖਣਾ ਕਿ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜਿਹੋ ਜਿਹੇ ਲੋਕਾਂ ਵਿੱਚ ਰਹੋਗੇ, ਮੈਂ ਤਾਂ ਰੋਜ਼ ਬੇਨਤੀ ਕਰਦਾ ਵੀ ਜੇ ਗਾਲਾਂ ਕੱਢਣ ਵਾਲਿਆਂ 'ਚ ਰਹੋਗੇ ਤੇ ਘਰ 'ਚ ਤੋਤਾ ਪਾਲ ਲਿਓ, ਉਹ ਵੀ ਮਾਵਾਂ ਭੈਣਾਂ ਦੀਆਂ ਗਾਲਾਂ ਹੀ ਕੱਢੇਗਾ, ਉਹ ਵੀ ਰਾਮ ਰਾਮ ਕੋਈ ਨਹੀਂ ਕਵੇਗਾ। ਮੈਂ ਤਾਂ ਇੱਕ ਦਿਨ ਪਹਿਲਾਂ ਵੀ ਕਾਰ ਸੇਵਾ ਵਾਲਿਆਂ ਦੀ ਉਦਾਹਰਨ ਦਿੱਤੀ ਸੀ ਵੀ ਉਹ ਸਾਰਾ ਦਿਨ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹ ਇਹਨਾਂ ਵਾਹਿਗੁਰੂ ਵਾਹਿਗੁਰੂ ਕਰਦੇ ਕਰਦੇ ਫਿਰ ਜਦੋਂ ਲੰਗਰ ਵਰਤਾਉਂਦੇ ਨੇ ਉਦੋਂ ਵੀ ਵਾਹਿਗੁਰੂ ਪ੍ਰਸ਼ਾਦਾ ਜੀ, ਵਾਹਿਗੁਰੂ ਦਾਲ ਜੀ, ਵਾਹਿਗੁਰੂ। ਹਾਲਾਂਕਿ ਮੈਂ ਬੇਨਤੀ ਕਰਦਾ ਨਾ ਕਿ ਦਾਲ ਵਾਹਿਗੁਰੂ ਨਹੀਂ ਹੈ। ਫਿਰ ਉਹ ਇਹ ਵੀ ਕਹੀ ਜਾਣਗੇ ਸਾਧ ਸੰਗਤ ਜੀ ਵਾਹਿਗੁਰੂ ਜੀ, ਉਹ ਟਰੱਕ ਆ ਗਿਆ ਵਾਹਿਗੁਰੂ ਜੀ, ਬੱਸ ਆ ਗਈ ਵਾਹਿਗੁਰੂ ਜੀ, ਚੜ੍ਹ ਜਾਓ ਜੀ ਵਾਹਿਗੁਰੂ ਜੀ। ਹੁਣ ਇਹ ਕੀ ਹੈ? ਇਹ ਤੁਹਾਡੇ ਤੇ ਸੰਗਤ ਦਾ ਪ੍ਰਭਾਵ ਹੈ। ਗੁਰੂ ਦੇ ਜਿਹੜੇ ਸਿੱਖੀ ਦੇ ਨਿਸ਼ਾਨ ਨੇ ਉਹ ਸਿਰਫ 5 ਨੇ। ਇਹ 5 ਚੀਜ਼ਾਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਨੇ। ਇਸ ਤੋਂ ਇਲਾਵਾ ਸਿਰਫ ਇੱਕ ਚੀਜ਼ ਦੀ ਬੰਦਸ਼ ਹੈ ਕਿ ਜਿੱਤ ਪਹਿਨਦੇ ਤਨ ਪੀੜੀ ਹੈ। ਜਿਨ੍ਹਾਂ ਕੱਪੜਿਆਂ ਨਾਲ ਵਿਸ਼ੇ ਵਕਾਰ ਪੈਦਾ ਹੁੰਦੇ ਨੇ ਸਿੱਖਾ, ਉਹ ਤੂੰ ਨਹੀਂ ਪਾਉਣੇ। ਬਸ ਇੰਨੀ ਗੱਲ ਹੈ। ਔਰ ਇਹਨੂੰ ਦੂਜੀ ਤਰ੍ਹਾਂ ਵੇਖਣਾ ਹੋਵੇ ਤੇ ਜਿਹੜੇ ਫੋਰਨਰ ਸਿੱਖ ਬਣੇ ਨੇ, ਬਾਹਰਲੇ ਮੁਲਕਾਂ ਦੇ ਅੰਗਰੇਜ਼, ਤੁਸੀਂ ਉਹਨਾਂ ਦੇ ਕੱਪੜੇ ਵੇਖ ਲਿਓ ਜੇ, ਲਿਬਾਸ ਵੇਖ ਲਿਓ ਜੇ। ਬੜੀ ਸੋਹਣੀ ਗੱਲ ਭਾਈ ਹਰਭਜਨ ਸਿੰਘ ਜੋਗੀ ਕਹਿੰਦੇ ਹੁੰਦੇ ਸੀ, ਉਹ ਮੇਰੀ ਉਹ ਧੀਓ, ਬੜੇ ਸਟੇਟ ਫਾਰਵਰਡ ਬੋਲਦੇ ਸੀ, ਸਿੱਧਾ ਸਿੱਧਾ। ਉਹ ਮੇਰੀ ਉਹ ਪੁੱਤਰੀਓ, ਆ ਵੇਖੋ ਆ ਜਿਹੜੇ ਗੋਰੇ ਸਿੱਖ ਬਣੇ ਨੇ, ਇਹ ਉਹ ਲੋਕ ਨੇ ਜਿਹੜੇ ਕੱਪੜੇ ਪਾਉਂਦੇ ਹੀ ਨਹੀਂ ਸੀ ਹੁੰਦੇ। ਕਿਉਂਕਿ ਅੱਜ ਕੱਲ ਨਗੇਜ ਦਾ ਬੜਾ ਸਾਨੂੰ ਚਾਅ ਚੜਿਆ ਨਾ। ਉਹ ਕਹਿੰਦਾ ਕਿੰਨੇ ਕੱਪੜੇ ਲਾ ਲੋਗੇ ਤੁਸੀਂ?
ਇਹ ਉਹਨੇ ਜਿਹੜੇ ਪਾਉਂਦੇ ਹੀ ਨਹੀਂ ਸੀ ਹੁੰਦੇ। ਪਰ ਅੱਜ ਵੇਖੋ ਇਹਨਾਂ ਬੱਚੀਆਂ ਨੇ ਕੇਸਕੀਆਂ ਸਜਾਈਆਂ ਨੇ, ਮੱਥੇ ਤੇ ਖੰਡੇ ਲਾਏ ਨੇ, ਚੋਲੇ ਪਾਏ ਨੇ, ਔਰ ਇਹ ਗਲੀਆਂ ਤੇ ਬਾਜ਼ਾਰਾਂ ਵਿੱਚ ਜਾ ਕੇ ਖਾਲਸਾ ਸੌਂਗ, ਖਾਲਸਾ ਗੀਤ ਗਾਉਂਦੇ ਨੇ। ਮਾਈਟੀ ਮਾਈਟੀ ਖਾਲਸਾ, ਪ੍ਰਾਊਡ ਹੈ ਉਹਨਾਂ ਨੂੰ ਇਸ ਬਾਣੇ ਤੇ, ਇਸ ਪੁਸ਼ਾਕ ਤੇ, ਇਸ ਲਿਬਾਸ ਤੇ। ਸਿੱਖ ਦੇ ਕੋਲ ਕਸ਼ਹਿਰਾ ਹੋਣਾ ਚਾਹੀਦਾ ਹੈ। ਗਿਆਨੀ ਕਰਤਾਰ ਸਿੰਘ, ਉਹਨਾਂ ਨੂੰ ਸਿੱਖਾਂ ਦਾ ਦਿਮਾਗ ਕਹਿੰਦੇ ਸੀ। ਇੱਕ ਬੀਬੀ ਬੜਾ ਬੋਲਦੀ ਸੀ ਪੰਜਾਬ ਦੀ ਵਿਧਾਨ ਸਭਾ 'ਚ। ਉਹਨੇ ਕਿਤੇ ਸੈਸ਼ਨ ਚੱਲ ਰਿਹਾ ਸੀ ਤੇ ਕਹਿ ਦਿੱਤਾ ਸਪੀਕਰ ਨੂੰ ਸੰਬੋਧਨ ਹੋ ਕੇ ਕਿ ਸਪੀਕਰ ਸਾਹਿਬ, ਇਸ ਹਾਲ ਦੇ, ਇਸ ਸਭਾ ਦੇ ਕਈ ਮੈਂਬਰ ਐਸੇ ਵੀ ਨੇ ਕਿ ਜਿਨ੍ਹਾਂ ਨੂੰ ਕੱਪੜਿਆਂ ਦੀ ਸਭਿਅਤਾ ਵੀ ਨਹੀਂ ਆਉਂਦੀ। ਤੇ ਗਿਆਨੀ ਕਰਤਾਰ ਸਿੰਘ ਨੇ ਚੋਲਾ ਪਾਉਂਦੇ ਸੀ ਨਾ ਲੰਬਾ, ਉਹਨਾਂ ਚੋਲਾ ਚੁੱਕ ਕੇ ਕਿਹਾ, ਬੀਬੀ ਮੈਂ ਕਸ਼ਹਿਰਾ ਪਾਇਆ ਹੋਇਆ ਹੈ, ਇਹਦਾ ਅਰਥ ਹੈ ਕਿ ਮੇਰੇ ਕਰੈਕਟਰ ਨੂੰ ਕੋਈ ਖਤਰਾ ਨਹੀਂ ਹੈਗਾ, ਤੁਸੀਂ ਆਪਣਾ ਫਿਕਰ ਕਰੋ। ਸਿੱਖਾ ਤੇਰੇ ਕੋਲ ਕਿਰਪਾਨ ਹੋਣੀ ਚਾਹੀਦੀ ਹੈ, ਪਰ ਉਹ ਬੈਲਟ ਨਾਲ ਨਹੀਂ ਹੋਣੀ ਚਾਹੀਦੀ। ਲੱਕ ਦੇ ਨਾਲ ਤੇ ਹਿੰਦੂ ਵੀਰ ਵੀ ਤਰਸ਼ੂਲ ਬੰਨ ਲੈਂਦੇ ਨੇ, ਫਿਰ ਤੇਰੇ ਤੇ ਉਹਨਾਂ 'ਚ ਕੀ ਫਰਕ ਹੈ? ਹਾਲਾਂਕਿ ਉਹਨਾਂ ਦਾ ਉਹ ਕੋਈ ਰਹਿਤ ਦਾ ਅੰਗ ਨਹੀਂ ਹੈ, ਉਹ ਤੇ ਸ਼ਿਵਾ ਜੀ ਦਾ ਇੱਕ ਚਿੰਨ੍ਹ ਮੰਨ ਕੇ ਉਹ ਆਪਣੇ ਕੋਲ ਰੱਖਦੇ ਨੇ। ਪਰ ਤੈਨੂੰ ਤਾਂ ਹੁਕਮ ਹੈ ਗੁਰੂ ਦਾ ਕਿ ਨਿਸ਼ਾਨ ਇਹ ਸਿੱਖੀ ਪੰਜ ਈ ਹਰਫ ਕਾਫ, ਹਰਗਿਜ਼ ਨਾ ਬਾਸ਼ਦ ਈ ਪੰਜ ਮਾਫ। ਗੁਰੂ ਅਮਰਦਾਸ ਬਚਪਨ ਤੋਂ ਹੀ ਧਾਰਮਿਕ ਸਨ। ਪਿਤਾ ਪੁਰਖੀ ਸੰਸਕਾਰ ਹੀ ਉਹਨਾਂ ਦੇ ਕੋਲ ਜਿਹੜੇ ਸੀ ਉਹ ਧਰਮ ਦੇ ਸਨ। ਤਕਰੀਬਨ 19 ਸਾਲ ਹਰ ਸਾਲ ਹਰਿਦੁਆਰ ਜਾਂਦੇ, ਇਸ਼ਨਾਨ ਵੀ ਕਰਦੇ, ਵਰਤ ਵੀ ਰੱਖਦੇ, ਦਾਨ ਪੁੰਨ ਵੀ ਕਰਦੇ। ਸਮਾਂ ਬੀਤਦਾ ਗਿਆ, ਪਰ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਤੋ ਭੇਟਿਓ ਪੁਰਖ ਰਸਕ ਬੈਰਾਗੀ। ਪੂਰਬਲੇ ਕਰਮਾਂ ਦਾ ਕੋਈ ਪੁੰਨ, ਕੋਈ ਬੀਜ ਪੁੰਗਰਿਆ, ਇੱਕ ਵੈਸ਼ਨਵ ਸਾਧੂ ਰਾਹ ਵਿੱਚ ਮਿਲ ਗਿਆ। ਪੁੱਛਿਆ ਤੁਸੀਂ ਕਿੱਧਰ ਚੱਲੇ ਹੋ, ਤੁਸੀਂ ਕਿੱਧਰ ਚੱਲੇ ਹੋ? ਉਹਨੇ ਕਿਹਾ ਜੀ ਮੈਂ ਵੀ ਯਾਤਰਾ ਤੇ ਚੱਲਿਆ। ਇਹਨਾਂ ਆਖਿਆ ਮੈਂ ਵੀ ਚੱਲਿਆ। ਕਹਿੰਦੇ ਚਲੋ ਫਿਰ ਇਕੱਠੇ ਸੰਗ ਕਰ ਲੈਂਦੇ ਆ। ਪਰ ਜਦੋਂ ਵੈਸ਼ਨਵ ਸਾਧੂ ਨੇ ਇੱਕ ਸਵਾਲ ਕੀਤਾ ਵੀ ਅਮਰਦਾਸ ਤੇਰਾ ਗੁਰੂ ਕੌਣ ਹੈ? ਵੇਖੋ ਅੱਜ ਸਭ ਤੋਂ ਮਾੜੀ ਗੱਲ ਸਾਡੇ 'ਚ ਇਹ ਹੈ, ਅਸੀਂ ਇਹ ਤੇ ਪੁੱਛਦੇ ਹਾਂ ਵੀ ਤੁਹਾਡੀ ਪ੍ਰੋਪਰਟੀ ਕਿੰਨੀ ਹੈ, ਤੁਹਾਡਾ ਕਾਰੋਬਾਰ ਕੀ ਹੈ। ਅਸੀਂ ਇਹ ਨਹੀਂ ਪੁੱਛਦੇ ਵੀ ਤੂੰ ਗੁਰੂ ਵਾਲਾ ਹੈਗਾ ਕਿ ਨਹੀਂ ਹੈਗਾ। ਹੁਣ ਤੇ ਵੀ ਤੂੰ ਸਾਡੇ ਧੜੇ ਦਾ ਹੋਣਾ ਚਾਹੀਦਾ ਹੈ, ਤੂੰ ਮੇਰੀ ਜਥੇਬੰਦੀ ਦਾ ਹੋਣਾ ਚਾਹੀਦਾ ਹੈ, ਤੂੰ ਮੇਰੇ ਵੱਲ ਹੋਣਾ ਚਾਹੀਦਾ ਹੈ, ਤੇਰੇ ਸਾਰੇ ਗੁਨਾਹ ਮਾਫ ਨੇ। ਪਰ ਜੇ ਤੂੰ ਦੂਜੇ ਪਾਸੇ ਚਲਾ ਜਾਏ ਤੇ ਸਾਰੇ ਗੁਨਾਹ ਤੇਰੇ ਤੇ ਆਇਦ ਕਰ ਦਿੱਤੇ ਜਾਣਗੇ, ਸਾਰੇ ਪਾਪ ਤੇਰੇ ਮੱਥੇ ਤੇ ਲਿਖ ਦਿੱਤੇ ਜਾਣਗੇ। ਭਾਈ ਉਸ ਵੈਸ਼ਨਵ ਸਾਧੂ ਨੇ ਪੁੱਛਿਆ ਵੀ ਤੇਰਾ ਗੁਰੂ ਕੌਣ ਹੈ? ਕਹਿਣ ਲੱਗੇ ਜੀ ਮੇਰਾ ਗੁਰੂ ਤਾਂ ਕੋਈ ਨਹੀਂ ਹੈ। ਸਾਧੂ ਨੇ ਇੰਨੀ ਗੱਲ ਆਖੀ ਹੈ ਕਿ ਅਮਰਦਾਸ ਤੂੰ ਚੰਗਾ ਨਹੀਂ ਕੀਤਾ, ਤੂੰ ਨਗੁਰਾਸ ਹੈ, ਤੂੰ ਮੇਰੇ ਤੋਂ ਇਹ ਗੱਲ ਲੁਕਾ ਕੇ ਰੱਖੀ ਹੈ। ਮੇਰੇ ਸਾਰੇ ਕੀਤੇ ਜਿਹੜੇ ਪੁੰਨ ਫਲ ਨੇ, ਪੁੰਨ ਕਰਮ ਨੇ, ਧਰਮ ਕਰਮ ਨੇ, ਅੱਜ ਵਿਅਰਥ ਚਲੇ ਗਏ।
मैं तेरी नगुरे दी संगत कीती है। अज दा जिहड़ा शब्द है ना वो है कि बिसर गई सब तात पराई, जब ते साध संगत मोहे पाई। जदों तुहानू गुरु दी संगत मिलेगी ते तुहाडे अंदरों एक गुण पैदा होएगा कि जिहड़ी पराई तात है, पराई तात की है? दूजियां दे सुख वेख के सड़ी जाना। मैं तो पहला भी ये गल सुनाई है, सो आउंदी तुहानू भी होनी है। बजुर्ग सुनाउंदे हुंदे सी भी मेरे वर्गा अपनी मां नू पुछदा रात सौण लग्या, मां अपने पिंड दा नंबरदार कौन है? मां कहन लगी भी अमका व्यक्ति है। कहन लगा बेबे जे वो मर जाए तो फिर? कहती पुत्र फिर वह वड्डा मुंडा जिहड़ा है वो नंबरदार बनेगा। कहता बेबे जो भी मर जाए तो? कहती पुत्र वह फिर जिहड़ा छोटा भरा होएगा वो नंबरदार बन जाएगा। कहता बेबे जो भी मर जाए तो? बेबे समझ गई, कहन लगी काका मेरी गल सुन ला, भावें सारा पिंड मर जाए तू नहीं न बनता नंबरदार। भावें सारा पिंड मर जाए तू नंबरदार नहीं बनता। जिहड़ा व्यक्ति दूजे दे सुखां तो सड़ी जाता है। ये अक्सर मैं बेनती करदा कि पंजाब तो लैके दिल्ली तो लैके तिन सुखीए तक ट्रकों के टायर बदल जाते ने आउंदियां जांदियां, इन्ने कस जाते ने, इन्नी दूर है। इन्ने ट्रक भजाउण वाले ड्राइवरां ने अखीर अपने ट्रकों के डालियां ते लिख लिया कि देंदा है रब, सड़दे ने सब पता नहीं क्यों। भी कोई किसी के अकाउंट चों तो जा नहीं रहा। जाते होवे ना भी मैनू तुहाडे भागां चों मिल रहा है तो तुसी मेरे नाल ईर्खा करो, तुहानू मेरे भागां चों मिले तो मैं तुहाडे नाल ईर्खा करा। तुहाडे अकाउंट का पैसा मेरे ट्रांसफर मेरे अकाउंट च होवे, तुहाडा ईर्खा करना हक बनता है। मेरा तुहाडे अकाउंट विच जावे, मेरा भी ईर्खा करना हक बनता है। पर जदों पाठ यह है कि सिर सिर रिजिक संभाहे ठाकुर, हर व्यक्ति दे सिर ते रब दा हथ वखरा है। वो रोजी देहिंद है, वो रोटी देण वाला है। सब दे सिर ते उन्हें हथ रखिया होया। कोई किसी का खांदा नहीं, कोई किसी का लैंदा नहीं, कोई किसी का हंडाउंदा नहीं, कोई किसी का पाउंदा नहीं। हालांकि मैं बेनती करा, विआहां शादियां दे वक्त एक साडे विच बहुत वड्डा क्राइम है भी जिन्ना कि कुड़ी वाला परिवार छिलिया जा सकता छिल दिओ भाई। हालांकि सच ये है कि इन्हां रिश्तियां नूं जे तुसी खूबसूरत बनाउणा है तो एक गल सीख लो भी मुंडे दा प्यो लालची नहीं होना चाहिए। भी कवे भी सारा कुछ धी वालियां दे घरों आवे ते धी दा प्यो कंजूस नहीं होना चाहिए कि वह कवे भी धीआं नूं ते मैं देना कुछ नहीं ते मुंडे भावें सारा उजाड़ देण। ये भी गुनाह है, ये भी पाप है। धी भी ओनी हकदार है तुहाडे घर विच जिन्ने तुहाडे पुत्र ने। पर उहदे बावजूद भी एक क्राइम हैगा, धीआं रोज सड़दियां ने, रोज अग्गां लगदियां ने, रोज धीआं नूं दुखी किया जाता है, उहदे प्यो नूं जलील किया जाता है। पर मैनूं याद है कि एक दिन मेरे अपनी रिश्तेदारी विच पता लग्या कि एक मोटरसाइकिल फड़िया गया है ते अमके परिवार ते जिहड़ा उस घर दा धी दे सहुरा परिवार सी भी उन्हां ते पुलिस केस हो गया है। मैं क्या भी पुलिस केस हो गया, मोटरसाइकिल फड़िया गया, वो की?
ਕਹਿੰਦੇ ਅਸਲ ਵਿੱਚ ਇਹ ਮੋਟਰਸਾਈਕਲ ਉਹਨਾਂ ਦਿੱਤਾ ਸੀ ਆਪਣੀ ਕੁੜੀ ਦੇ ਵਿਆਹ ਤੇ 3 ਸਾਲ ਹੋ ਗਏ, ਪੁਰਾਣਾ ਹੋ ਗਿਆ, ਉਹਨਾਂ ਨੇ ਵੇਚਤਾ। ਉਸ ਦਿਨ ਮੈਂ ਰੁਕ ਗਿਆ, ਇੰਨੀ ਕਿ ਮਿਆਦ ਜੇ ਦਾਜ ਲੈ ਵੀ ਲਵਾਂਗੇ ਤੇ ਇਹ ਚੀਜ਼ 2-3 ਸਾਲ ਚੱਲਣੀ, ਉਦੋਂ ਬਾਅਦ ਕੀ ਖੋਤੇ ਤੇ ਚੜਾਂਗੇ ਆਪਾਂ? ਫਿਰ ਵੀ ਤਾਂ ਮੋਟਰਸਾਈਕਲ ਘਰੋਂ ਹੀ ਪੈਦਾ ਕਰਨਾ ਪੈਣਾ। ਜੇ ਦਾਜ ਦੀਆਂ ਚੀਜ਼ਾਂ 3-4 ਸਾਲ ਹੀ ਚੱਲਦੀਆਂ ਨੇ ਤੇ ਇਹ ਗੱਲ ਲੜਕੇ ਦੇ ਬਾਪ ਨੂੰ ਜਾਂ ਲੜਕੇ ਨੂੰ ਪਤਾ ਹੋਣਾ ਚਾਹੀਦਾ ਵੀ ਉਦੋਂ ਬਾਅਦ ਤੇ ਘਰੋਂ ਹੀ ਖਾਓਗੇ ਕਿ ਉਦੋਂ ਬਾਅਦ ਵੀ ਕੁੜੀ ਪੇਕਿਆਂ ਤੋਂ ਲੈ ਕੇ ਆਏਗੀ। ਮੈਂ ਕਿਹਾ ਫਿਰ ਕੀ ਹੋਇਆ? ਕਹਿੰਦੇ ਜੀ ਉਹਨਾਂ ਨੇ ਪੁਰਾਣਾ ਸੀ ਵੇਚਤਾ। ਮੈਂ ਕਿਹਾ ਫਿਰ ਕੀ ਹੋਇਆ? ਕਹਿੰਦੇ ਜਿਨ੍ਹਾਂ ਨੇ ਖਰੀਦਿਆ ਸੀ ਉਹਨਾਂ ਨੇ ਉਹਦੇ ਕਾਗਜ਼ ਹੀ ਨਹੀਂ ਬਦਲਾਏ, ਉਹ ਚੋਰੀ ਕਰਦੇ ਫੜੇ ਗਏ। ਹੁਣ ਜਦੋਂ ਫੜੇ ਗਏ ਤੇ ਕਾਗਜ਼ ਜਿਹੜੇ ਸੀ ਉਹ ਇਹਨਾਂ ਦੇ ਨਾਂ ਤੇ ਸੀ, ਪੁਲਿਸ ਇਹਨਾਂ ਨੂੰ ਚੁੱਕ ਕੇ ਲੈ ਗਈ, ਇਹਨਾਂ ਦੀ ਮਦਦ ਕਰੋ। ਹੁਣ ਦੂਜੇ ਦੇ ਦਿੱਤੇ ਨਾਲ ਕਿੰਨੇ ਦਿਨ ਖਾਵਾਂਗੇ ਆਪਾਂ? ਦੂਜੇ ਦੇ ਦੇਣ ਨਾਲ ਕਿੰਨੇ ਦਿਨ ਮੇਰਾ ਘਰ ਚੱਲੇਗਾ ਭਾਈ? ਉਹ ਤਾਂ ਮੈਨੂੰ ਰੱਬ ਹੀ ਦਊਗਾ ਤੇ ਮੇਰਾ ਘਰ ਚੱਲੇਗਾ, ਲੋਕਾਂ ਦੇ ਦਿੱਤੇ ਨਾਲ ਤੇ ਮੇਰਾ ਘਰ ਨਹੀਂ ਚੱਲਣਾ। ਦਿੰਦਾ ਵੀ ਰੱਬ ਹੈ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ। ਭਾਈ ਇਹ ਦਾਤ ਕਿੱਥੋਂ ਮਿਲੀ? ਜਦੋਂ ਸੰਗਤ ਵਿੱਚ ਆਏ। ਗੁਰੂ ਨੇ ਦੱਸਿਆ ਕਿ ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਨਹਾਰ। ਜਿਨ ਪੈਦਾਇਸ਼ ਤੂੰ ਕੀਆ, ਸੋਈ ਦੇ ਆਧਾਰ। ਪਤਾ ਕਰ ਤੈਨੂੰ ਪੈਦਾ ਕਿੰਨੇ ਕੀਤਾ ਹੈ। ਅੱਜ ਕਿਸੇ ਦੇ ਘਰ ਚਲੇ ਜਾਓ, ਉੱਥੇ ਕੋਈ ਇੱਕ ਫੋਟੋ ਲੱਗੀ, ਕਿਸੇ ਦੇ ਘਰ 10 ਫੋਟੋਆਂ ਲੱਗੀਆਂ ਨੇ, ਇੱਕੋ ਹੀ ਗੱਲ ਨਾ ਜੀ। ਇਹ ਤੇ ਬਾਬਾ ਜੀ ਦੀ ਬੜੀ ਕਿਰਪਾ ਹੈ। ਪੁੱਛੋ ਜੀ ਬਾਬਾ ਜੀ ਦਾ ਜਨਮ ਕਦੋਂ ਹੋਇਆ? ਉਦੋਂ ਪਹਿਲਾਂ ਤੁਹਾਡੇ ਘਰ ਤੇ ਕਿਹਦੀ ਕਿਰਪਾ ਸੀ? ਦੇਖੋ, ਸੰਤ ਦੀ ਇੱਜ਼ਤ ਕਰਨੀ ਸਿੱਖੋ, ਸੰਤ ਸ਼ਬਦ ਦਾ ਸਨਮਾਨ ਕਰਨਾ ਸਿੱਖੋ। ਸੰਤ ਦੀ ਤੁਹਾਡੇ ਘਰ ਦੇ ਵਿੱਚ ਕੀ ਵਡਿਆਈ ਹੈ ਉਹਨੂੰ ਦ੍ਰਿੜ ਕਰ ਲਓ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਸੰਤ ਦੇ ਦੀਆਂ ਦਿੱਤੀਆਂ ਚੀਜ਼ਾਂ ਨਹੀਂ ਤੁਸੀਂ ਵਰਤਦੇ। ਸੰਤ ਦੀ ਬਰਕਤ ਤੁਹਾਡੇ ਘਰ ਵਿੱਚ ਇਹ ਹੈ ਕਿ ਜੇ ਉਹਨੇ ਤੁਹਾਨੂੰ ਨਾਮ ਜਪਣ ਲਾ ਦਿੱਤਾ ਹੈ, ਜੇ ਉਹਨੇ ਤੁਹਾਨੂੰ ਪਾਠ ਕਰਨ ਲਾ ਦਿੱਤਾ ਹੈ, ਜੇ ਉਹਨੇ ਤੁਹਾਡੇ ਘਰ ਆ ਕੇ ਕਿਹਾ ਕਿ ਲਿਆਓ ਬਈ ਆਓ ਬਹਿ ਕੇ ਆਪਾਂ ਪਾਠ ਕਰੀਏ, ਤਾਂ ਫਿਰ ਤਾਂ ਸੰਤ ਹੈ। ਤੇ ਜੇ ਕਵੇ ਜੀ ਮੈਂ ਤੁਹਾਨੂੰ ਇਹ ਦੇਣਾ, ਮੈਂ ਤੁਹਾਨੂੰ ਉਹ ਦੇਣਾ, ਤਾਂ ਫਿਰ ਤੁਸੀਂ ਜਾਂ ਸੰਤ ਨੂੰ ਮੰਨ ਲਓ ਜਾਂ ਜਪਜੀ ਸਾਹਿਬ ਨੂੰ ਮੰਨ ਲਓ। ਜਪਜੀ ਸਾਹਿਬ ਵਿੱਚ ਇੱਕ ਵਾਰੀ ਨਹੀਂ ਕਿੰਨੇ ਵਾਰੀ ਆਖਿਆ ਕਿ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਸਾਰੇ ਜੀਵਾਂ ਦਾ ਦਾਤਾ ਇੱਕ ਹੈ। ਹੁਣ ਜੀਵ ਕਿੰਨੇ ਨੇ? ਜੀਵਾਂ ਦੀ ਗਿਣਤੀ ਤਾਂ 84 ਲੱਖ ਜੂਨਾਂ ਨੇ ਭਾਈ। ਇਹ ਜੂਨੀਆਂ ਦੀ ਗਿਣਤੀ ਹੈ, ਜੀਵਾਂ ਦੀ ਗਿਣਤੀ ਨਹੀਂ ਹੈ। ਇੱਕ ਜੂਨੀ ਵਿੱਚ ਹੁਣ ਚਿੜੀ ਦੀ ਇੱਕ ਜੂਨੀ ਹੈ, ਕਿੰਨੀਆਂ ਕਰੋੜਾਂ ਚਿੜੀਆਂ ਹੋਣਗੀਆਂ। ਗਾਂ ਦੀ ਇੱਕ ਜੂਨੀ ਹੈ, ਕਿੰਨੀਆਂ ਧਰਤੀ ਤੇ ਗਾਵਾਂ ਹੋਣਗੀਆਂ। ਸ਼ੇਰ ਦੀ ਇੱਕ ਜੂਨੀ ਹੈ, ਸੰਸਾਰ ਵਿੱਚ ਕਿੰਨੇ ਸ਼ੇਰ ਹੋਣਗੇ। ਸਭਨਾ ਜੀਆਂ ਕਾ ਇੱਕ ਦਾਤਾ। ਉਹ ਤਾਂ ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜਕ ਆਗੇ ਕਰ ਧਰਿਆ। ਉਹ ਤੇ ਪੱਥਰਾਂ 'ਚ ਕੀੜੇ ਪੈਦਾ ਕਰਦਾ, ਮਰਨ ਨਹੀਂ ਦਿੰਦਾ। ਉੱਥੇ ਵੀ ਉਹਨਾਂ ਨੂੰ ਰਿਜਕ ਪਹੁੰਚਾਉਂਦਾ। ਇਸ ਕਰਕੇ ਕੋਈ ਵੀ ਰੱਬ ਦੀ ਬਖਸ਼ੀ ਹੋਈ ਰੂਹ ਮਿਲੇ, ਰੱਬ ਦਾ ਕੋਈ ਪਿਆਰਾ ਮਿਲੇ, ਰੱਬ ਦੀ ਕੋਈ ਬਖਸ਼ੀ ਕੋਈ ਆਤਮਾ ਮਿਲੇ, ਤੇ ਭਾਈ ਉਹਦੀ ਨਿਸ਼ਾਨੀ ਇਹ ਹੈ ਕਿ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਸੰਤ ਉਹ ਹੈ ਜਿਹਨੂੰ ਆਪ ਪਰਮੇਸ਼ਰ ਨਹੀਂ ਭੁੱਲਦਾ, ਤਾਂ ਤੁਹਾਨੂੰ ਵੀ ਕਦੇ ਨਹੀਂ ਭੁੱਲਣ ਦੇਗਾ। ਉਹਦੀ ਸੰਗਤ ਵਿੱਚ ਜਾਓਗੇ ਤੁਹਾਨੂੰ ਵੀ ਦ੍ਰਿੜ ਹੋ ਜਾਏਗਾ। ਗੁਰੂ ਦੀ ਸੰਗਤ ਵਿੱਚ ਆ ਕੇ ਇੱਕ ਗੱਲ ਸਮਝ ਆ ਗਈ ਕਿ ਮੇਰੇ ਕਰਮਾਂ ਦਾ ਕੋਈ ਸ਼ਰੀਕ ਨਹੀਂ ਹੈ ਤੇ ਕਿਸੇ ਦੇ ਕਰਮਾਂ ਦਾ ਮੈਂ ਵੀ ਸ਼ਰੀਕ ਨਹੀਂ ਹਾਂ। ਮੇਰੇ ਚਿਤਵਨ ਨਾਲ ਤੇ ਕੁਝ ਨਹੀਂ ਹੋਣ ਲੱਗਾ।
पर हाँ एक गल हो सकती है, एक गुरबाणी की पंक्ति लिखनी तो लिख लो कि जिसकै अंतर तात पराई होवे। जिस मनुख दे अंदर ये ईर्खा है, ये कोल गड्डी क्यों है, ये कोल घर क्यों है, ये पदवी वड्डी क्यों है, ये लोकां विच इज्जत क्यों है, तिसदा कदे ना होवी भला। उहदा अपना भला कदे नहीं हो सकता। थले लिख लेना धन गुरु अर्जन देव महाराज, थले लिख लेना सुखमनी साहब। इहदा अर्थ यह है कि जे अपना भला चाहुंदे हो तो ईर्खा करनी बंद कर दिओ, साड़ना बंद कर दिओ, पराई तात जीवन विचों बाहर कढ दिओ। मैं बहुत बारी बेनती की, मेरी मां कोरी अनपढ़ सी, मैं नहीं वेख्या कि मेरी मां ने कदे साइन किए होण, पर मेरी मां का एक शब्द मैनू हमेशा चेते रहिंदा है। वो कहंदी हुंदी सी, परमात्मा किसी दे पैरां पिछे मेरे बच्चों का भी भला कर। ये उहदा पैट अरदास का यही वर्ड सीगा। मैं उहनूं खलो के अरदास करदिआं नहीं वेख्या कि उन्होंने लंबी चौड़ी अरदास आउंदी होवे भी पंज प्यारे पहलां कहने ने कि चार साहिबजादे मगरों कहने ने, उन्होंने कुछ नहीं सी आउंदा। पर एक गल कहंदी सी, परमात्मा मेरे बच्चों का भला कर, किसी दे पैरां पिछे ही कर दे। पर असी तो कहने भी सारी दुनिया का माड़ा हो जाए। तो साडे बजुर्ग कहंदे हुंदे सी, पुत्र कावां दे कहण ते ढग्गे नहीं मरदे। जे कां कां करन नाल लोकां दे बलद मरन लगण ते फिर तां रोज ही घर खाली हो जाण। अपने आप नूं ना इन्ने फिक्के बनाओ, ना इन्ना नीवा लैके जाओ। तुहानूं इज्जत मान सन्मान जो देना है वो वाहिगुरू ने देना है। कौन देने वाला है? कोई देने वाला नहीं है। हाँ, जदों वो दवेगा उदों रोकेगा कोई नहीं, जदों वो ना देन दवेगा कोई दे नहीं पाएगा। बिसर गई सब तात पराई, जब ते साध संगत मोहे पाई। संगत दा महात्म पुण्य फल की है? जिथे तुसी आए हो इहदा की पुण्य फल है? इहदा पुण्य फल ये है कि इदां दी तुहाडी मत बन जाएगी। तिथै घड़ी है सुरत मत मन बुद्ध। एक व्यक्ति ने ना मैनू व्हाट्सअप किया, कहंदा ज्ञानी जी मत ते मन होर है। पहला मैं थले लिख के भेजन लगा सी भी थे, मैनूं लगदा तू जपजी भी नहीं पढ़दा, तेनूं सवाल ही करने आउंदे, बाकी आउंदा ही कुछ नहीं है। इन्हां सारियां दे फंक्शन वखरे वखरे ने। जिवें वो शब्द आउंदा है ना कि विच धातु पंच आप पावै, ये जिहड़े पंज वकार ने ना उन्हां दे अगले अर्थ कुछ होर ने। फिर बिल्कुल इसी तरह गुरु की संगत विच आओगे तो तुहाडी मत घड़ी जाएगी। तिथै घड़ी है सुरत मत मन बुद्ध। संगत का महात्म पुण्य फल ही है। इस करके जो संगत विच आउणा है तो ये लिखिया है, कबीर साधु को मिलने जाइए साथ न लीजिए कोई। इकल्ले आउणा है। जो जोड़े जमा कराने ने ना उदों अपना हंकार अपनी पराई तात ये सारा कुछ भी उत्थे जमा करा दिया करो, उहदा टोकन ले लिया करो। हो सकता है उत्थे कोई तुहाडी इन्हां चीज़ां नूं कोई पालिशी बुरशी मार देवे माड़ा जिहा। ये चीज़ां अंदर लैके नहीं आउणियां, क्योंकि इत्थे तां सत संगत सतगुर चटसाल है, जित हर गुण सिखा। ये तो स्कूल है। इत्थे हरि दे गुण सिखाए जाने ने। ना को बैरी नहीं बेगाना, सगल संग हमको बनाई। कोई तेरा वैरी नहीं है, कोई तेरा पराया नहीं है।
फिर की होएगा? सगल संग हमको बनाई। जो मेरा कोई बगाना है ही नहीं, जो मेरा कोई दुश्मन ही नहीं है, तो फिर की होया? फिर सारे मेरे अपने हो गए। हुण मैं कहां जी मेरे दुश्मन भी ने, मैं कहां मेरे वैरी भी ने, मैं भी कहां मेरे पराए भी ने, वो नहीं जी उदा मेरे अपने भी ने। डबल स्टैंडर्ड धर्म च नहीं चलता। हाँ, दुनिया दे नाल तू इहो जे वल फेर कर सकदा है। ये चतराइयां चलाकियां जिहड़ियां ने दुनिया दे विच हो सकदा है, थोड़ियां बहुतियां तेरे काम आ जाण भाई। रब दे घर विच इन्हां चीज़ां नूं कोई थां नहीं है। इत्थे चतराई ना चतर भुज पाई है। इत्थे चलाकियां नाल रब थोड़ा मिलना है। ना को बैरी नहीं बेगाना, सगल संग हमको बन आई। हुण की होया? सबको मीत हम आपन कीना, हम सबना के साजन। दूर परायो मन का बिरहा। ये मन वाला बिरहा जिहड़ा ये दूर चला गया। जो प्रभ कीनो सो भल मानियो, यह सुमत साधु ते पाई। जो रब ने कीता है उन्होंने भला करके मन्निया, नेक करके मन्निया। आ जिहड़ी कोरोना की बीमारी आई है, बड़ा नुकसान होएगा, रिसैशन भी आएगा, कईयां दे दिवालीए भी निकलणगे, कईयां दे परिवारां दे जी चले जाणगे। पर तुसी हैरान होवोगे, वो आदमी जिहड़े बाथरूम की वरतों करके हथ नहीं सी धोंदे, हुण टैलीफोन फड़ के हथ धोंदे ने। देखो, जो मैं अगे भी बेनती करदा हुंदा सी भी जिधर रब ने नाम च पाउणा होया ना साडे कोलों, 1 मिनट लगना है। क्योंकि अज कई मेरे वर्गे ठेकेदार तुरे फिरदे ने भी नहीं जी मैं ही धर्म देना है दुनिया नूं। ना, किसी व्यक्ति की चौकीदार तो वध कोई हैसियत नहीं है। सुनिया ना चौकीदार का काम की हुंदा है? जागदे रहो बई, पर लोगों दी घंटियां मार के उठाउणा उहदा काम नहीं है। साडे बंदे तो कमाल करी तुरे आउंदे ने, तुहानूं कीड़े पैणगे, तुहानूं आ होएगा, तुहानूं ओ होएगा। वो तुहानूं ये ठेकेदारी किन्ने देती है? तुहाडा काम है होका देना। देखो, चोर का काम है चोरी करना, चौकीदार का काम है होका देना, घरदियां दा काम है सौना। सब दियां ड्यूटियां वखरियां वखरियां ने। चौकीदार दे बोलण नाल भी किहड़ा दुनिया उठ पैंदी है, वो फिर सुते हुंदे ने। तो चोर इस गल की उड़ीक करदा भी चौकीदार एनू लंघे सही, मगरों मैं अपना काम करा। ये सब दियां ड्यूटियां वड्डियां होईयां ने। चोर ने अपना काम करना है, मालिक ने अपना काम करना है, चौकीदार ने अपना काम करना है। ये पंथ गुरु कलगीधर पिता दा है। एवें झइयां लैके एक दूजे नूं पैण दी लोड़ नहीं है। साडे विच औरंगजेबी जिहड़ी आई हुई है, इनू बाहर कड्ढण दी लोड़ है। ना भाई, कदाचित ये बिरती ना बनाओ कि तू मेरे वांगू फतेह क्यों नहीं बुलाउंदा, तू मेरे वांगू मत्था क्यों नहीं टेकदा, तू मेरे वांगू इदां क्यों नहीं करदा। नहीं, तू प्रेरणा कर सकदा है, तू होका दे सकदा है, तू बेनती कर सकदा है, तेरा हक है। तू अपना पक्ष पेश कर सकदा है, ये तेरा हक है, ये चाहिए तेनू। तू अपनी गल करनी चाहिए। अज वेख लो दुनिया च कितना कुछ है, हर एक बंदा अपनी अपनी ऐड दे रहा, तू भी दे। ये तो हुण अगलियां ते निर्भर है ना कि अगलियां नूं किहड़ी गल चंगी लगदी, किहड़ी गल कौन प्रवान करदा। तो सच्चे पातशाह महाराज समझाउंदे ने कि जो प्रभ कीनो सो भल मानियो, यह सुमत साधु ते पाई। इहो जी मत गुरु तो मिलती है कि जो रब करदा चंगा करदा, और जो रब ने कीता बहुत चंगा कीता। कित्थे सी सोशल डिस्टेंस, कित्थे सी? सारे कही जाते जी अमरीका च लोग ज़्यादा मरे जी, यूरोप च लोग ज़्यादा मरे जी, इंडिया च घट मरे जी। इंडिया च किसी बंदे करके नहीं घट मरे,
इंडिया दे विच अजे भी वो संस्कृति हैगी है कि असीं एक दूजे का हथ फड़ के या एक दूजे के मूँह च मूँह पा के गल नहीं करते असीं, और अगे तो कोई भी नहीं करेगा, सब सियाणे हो जाणगे। जिहड़ी सुचमता असीं गवाती सी ना धरती दी, जिहड़ा झूठ ते झूठ का पसारा सी, ये हुण सब ठीक हो जाएगा। सच्चे पातशाह ने सानू बजुर्गों के राही बड़े अमुल संस्कार दिते सन। असी पढ़ाई लिखाई का ऐसा सुहागा फेरिया कि नहीं जी, ये तो बजुर्ग तो एवं ही करते सी। मैं हुण भी बेनती करदा, साडे बजुर्ग अनपढ़ सी, मूर्ख नहीं सी, असी पढ़े लिखे मूर्ख आ हालत करती दुनिया की। असी जे सच्ची मुच्ची वो वायरस पैदा किया गया होया तो पुछो भी ये सुखमनी साहब पढ़ने वाले ने तो किया नहीं, जपजी साहब पढ़ने वाले ने तो किया नहीं, ये तो किसी लैब के लैबोरेटरी वो कैमिकल पा पा के एक्सपैरीमेंट करने वाले ने किया किसी ने, ये किसी पढ़े लिखे का काम है। ये किसी सो काल्ड बुद्धिमानी का काम है। जिन्हें गुरु ग्रंथ साहब पढ़िया वो कदे किसी का बुरा नहीं कर सकता, वो कर ही नहीं सकता, वो सोच भी नहीं सकता, क्योंकि वो कदे मान ही नहीं सकता। वो तो कहता है ना को बैरी ना है बेगाना, सगल संग हमको बनाई, सब मैं रब रहा प्रभ एक है, पेख पेख नानक बिगसाई। वो तो कहता सारियां विच रब है, वो तो सारियां नूं वेख के बड़ा खुश हुंदा है। खुशी होनी चाहिए है। यहूदी इदा मनते हैं, हिंदू इदा मनते हैं, मुसलमान इदा मनते हैं, जैनी बोधी इदा मनते हैं। मैं तो कहना सगों कहना चाहिए कि कंपैरेटिव स्टडी करो, सब धर्मां का मुतालिया करो। जदों सारे धर्मां नूं तुसीं पढ़ लोगे निरसंदेह, फिर तुसीं गुरु नानक दे घर विच आके रुक जाओगे। इस तो सौखा, इस तो सिंपल, इस तो सादा धर्म नूं मनण दा कोई तरीका हो ही नहीं सकता। बड़ा सौखा जिहा तरीका है, बड़ा सादा जिहा तरीका है। धर्म नूं कमाउण वास्ते बहुते पैसे की लोड़ नहीं है, बहुते पदार्थां की लोड़ नहीं है, बहुती भटकना की भी लोड़ नहीं है, बहुता कुछ करन की भी लोड़ नहीं है। वो किसी ने कहा सी ना भी सिख कहता सिख का की है, जमदे बच्चे नूं उहदे नां वाल कटो, कहता जमदे ही सिख बन जाएगा। दूजिਆਂ ਲਈ तो कुछ ना कुछ करना पेगा ना, किसी के वाल कितों कटने पैणगे, किसी के वाल कितों कटने पैणगे, कोई ना कोई उहदा ढंग तरीका कढ़ना पेगा। सिख ਲਈ कुछ नहीं कढ़न की लोड़ हैगी। हाँ, केसां की संभाल ਲਈ कंघा देना पेगा, आचरण की संभाल वास्ते कशहरा देना पवेगा, वहमां भरमां तो सुचेत होने लई उहनूं कड़ा देना पवेगा, ते सैल्फ प्रोटैक्शन वास्ते उहनूं किरपान भी देनी पवेगी कि भाई अपनी राखी भी करी। ये ना होवे कि घर च सप निकले तो तू गली च लोगों नूं आवाज़ां मारदा फिरे होए हप हप, क्योंकि मेरे वर्गे दे मूँह चों सप भी नहीं निकलदा उदों। ये भी ना होवे भी तेरे घरों सप निकले तो तू गली च खलो के रौला पावें। तेरे घर च इन्ने शस्त्र होने चाहिए ने भी जे किते गुआढ़ी नूं खतरा होवे तो उत्थे तू खड़ा होवे। सिख है जिहड़ा दूजियां दी भी इज्जत की राखी करदा सी, जिहड़ा दूजियां दी पत दा भी भाईवाल सी। गुरु अमरदास पिता महाराज बचपन तो धर्मी सन। 19 साल बीत गए, पूर्वले कर्म अंकर प्रगट होए, एक वैष्णव साधु मिल गया। उन्हें एक सवाल पूछे, अमरदास तेरा गुरु कौन है? अज ना साडे च पता नहीं किन्नी गिनती है साडे विच। एक बारी ना सन 2002 दे विच रकाबगंज साहब बड़ा वड्डा अमर संचार होया, हजारां प्राणियां ने अमृत छकिया, साडियां ड्यूटियां लगियां।
कि सारिਆਂ ਨੂੰ प्रेरो। उदों कई लोगों तो सुनिया गया कि इन्हां ज्ञानियां ने जोर तो बड़ा लाया पर असीं बच ही गए। पुछो काहदे तो बच गए? अमृत छकण तो। पुछो भी ट्रक थले आउण लगे सी तुसीं, भी तुहाडे ते ट्रक चढ़न लगा सी जिहड़ा तुसीं बच गए हो। बई तुसीं बदकिस्मत निकले। जे किते उस दिन अमृत छकिया हुंदा ते तुहाडे घरों नशे बाहर चल जाने सी, तुहाडे घर विच सिੱਖੀ आ जानी सी, तुहाडे घर विच बाणी आ जानी सी, तुहाडे घर विच गुरु दा पहरा आ जाना सी। उदां असीं कही जाने आ महाराज साडी रखिया करो पर साडे घर आके ना करियो। ते पुछो भी होर किहड़ा तरीका है भाई? हुण पुलिस वाले नूं कोई कहे नेता कि तुसीं मेरे अगे पिछे गड्डी भी नहीं लाउणी, मेरे घर आके बहना भी नहीं, मेरे बूहे अगे चौंकी भी नहीं बनाउणी, पर मेरी रखिया करनी है, तो कद काहदे ते राखी करनगे? टैलीफोन ते करनगे तेरी राखी। उदा तू कहना है गुरु महाराज मेरा घर भर देवे, कित्थों भर देवे? तू गुरु नूं घर ही नहीं वड़न देना चाहुंदा। घर अंदर वड़ो तो तू बाहर बना के बैठा है। तू की सोचदा है भी जिथे घर च बाहर होएगी उत्थे गुरु नानक दा वासा हो सकदा है? उस घर विच गुरु नानक दा वासा नहीं हो सकता। एक सवाल पूछया वैष्णव साधु ने, भाई अमरदास तेरा गुरु कौन है? कहने लगे मेरा गुरु कोई नहीं है। उन्हें जेड़े शब्द बोले कहने लगे अमरदास बहुत माड़ा कीता है, तू मैनू अपने नगुरे दी संगत कराई है, छड्ड के चला गया। फिर की सी? उस साधु दा अनियाला तीर ऐसा हिरदे नूं वज्जा। घर आए, गुरु दी तलाश शुरू होई तो बाहर ढूंढण ते छूट परे गुर घर ही माहे दिखाया था। अपने ही भरा दी नौ जिहड़ी गुरु अमरदास महाराज दी बेटी है, जिहड़ी रोज सवेरे दुध रिड़कदी ते पाठ करदी है। वेखो जदों कर्म माड़े होण ना ते घर पई चीज़ का भी नहीं पता लगता, तो जदों कर्म चंगे होण ते फिर इदां पूर्व कर्म अंकुर प्रगटते ने। अज वही बच्ची दी पढ़ी जाण वाली रोज वाली बाणी ने कन्नां विच रस भर दिता, क्योंकि तलाश सी, मुतलैशी सन, ढंढाऊ सन, अंदर भुख सी, इच्छा जाग चुकी सी, कुछ पूर्वले कर्म अंकर भी प्रगट हो गए सी। ते अज आवाज मार के पूछया धीए की पढ़दी है? उन्हें कहा पिता जी मैं जपजी का पाठ करदी हाँ। जपजी का पाठ करदी है? ये किहदी बाणी है? उन्हें कहा जी बाणी गुरु नानक दी है। तैनू किन्ने दिती है? उन्हें कहा जी मैनू मेरे पिता गुरु अंगद साहब ने दिती है। चल धीए मैनू अपने पिता को लैके चल। कि गुरु अमरदास अपने भरा दे पुत्र दे विआह ते नहीं गए होणगे? कुड़माचारी दी हो सकदा उदों भी मिलनी कीती होवे, पर जिहड़ी अज मिलनी कीती है, अज खडूर साहब जाके गुरु अमरदास नूं गल ला के नहीं मिले, आख्या सतगुरु अज मैं गले लगन नहीं आया, अज मैं तेरे चरना ते मत्था टेकन आया। टह पै 12 साल सेवा की है। ते फिर निमाणियां दे मान बने, निताणियां दे ताण बने, न्योटियां दी ओट बने, निगत्तियां दी गत बने। और तुसी हैरान होवोगे 60 साल की उम्र च आए, 72 साल की उम्र च जाके गुरु बने। 12 साल सेवा की है। मैं उन्होंने सारे वीरां नूं कहना चाहुंदा जिहड़े 1.25 महीने सुख दे फिरदे ने ना, भाई ये गुरमत दा ये कोई पाठ नहीं है। इत्थे देर हो सकती है, अंधेर नहीं हो सकता। हाँ बड़ी छेती भी सब कुछ हो सकता है, पर गुरु अमरदास पिता जी ने 12 साल गागर ढोई है। फिर गुरु अमरदास महाराज की पदवी ते वो सुभाईमान होए। विस्तारत जो इतिहास है वो शाम की कथा विच आपां सरवण करांगे। रोज 8:30 तो 9:30 कथा होंदी है, और ये सवेर शाम का सारा ही प्रोग्राम जिहड़ा है ये यूट्यूब ते
ਇਹ ਲਾਈਵ ਟੈਲੀਕਾਸਟ ਹੁੰਦਾ ਹੈ, ਰਿਕਾਰਡਿੰਗ ਵੀ ਪਈ ਰਹਿੰਦੀ ਹੈ। ਸਵੇਰ ਸ਼ਾਮ ਦੀ ਜਿਹੜੀ ਮਰਜ਼ੀ ਤੁਸੀਂ ਰਿਕਾਰਡਿੰਗ ਵੇਖ ਸਕਦੇ ਹੋ। ਸੁਖਮਨੀ ਸਾਹਿਬ ਦਾ ਪਾਠ, ਨਿਤਨੇਮ ਦਾ ਪਾਠ, ਆਸਾ ਕੀ ਵਾਰ ਦਾ ਕੀਰਤਨ, ਅਰਦਾਸ, ਸ਼੍ਰੀ ਮੁੱਖ ਵਾਕ, ਕਥਾ, ਇਤਿਹਾਸ ਦੀ ਕਥਾ, ਸੋਦਰ ਦਾ ਪਾਠ, ਆਰਤੀ ਦੀ ਚੌਂਕੀ, 4 ਘੰਟੇ ਤਕਰੀਬਨ ਸਵੇਰੇ ਔਰ 3 ਘੰਟੇ ਸ਼ਾਮ ਨੂੰ ਇਹ ਲਾਈਵ ਚੱਲਦਾ ਹੈ। ਤੁਸੀਂ ਇਸ ਦਾ ਆਨੰਦ ਮਾਣ ਸਕਦੇ ਹੋ। ਇੱਕ ਵਾਰ ਫਿਰ ਸਾਰਿਆਂ ਨੂੰ ਗੁਰੂ ਅਮਰਦਾਸ ਮਹਾਰਾਜ ਦੇ ਗੁਰਪੁਰਬ ਦੀਆਂ, ਪ੍ਰਕਾਸ਼ ਗੁਰਪੁਰਬ ਦੀਆਂ ਲੱਖ 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 ਵਧਾਈਆਂ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ।